बहुत धन्नवाद है। पिछले समय तो पिछले 3-4 हफ्तिਆਂ ਤੋਂ प्रभु ਦਾ ਧੰਨਵਾਦ ਹੈ ਕਿ ਪਰਮੇਸ਼ਵਰ ਸਾਨੂੰ ਲਗਾਤਾਰ ਪ੍ਰਾਰਥਨਾ ਦੇ ਵਿੱਚ ਲਗਾਤਾਰ ਹਰ ਇੱਕ ਚੀਜ਼ ਦੇ ਵਿੱਚ ਸਾਨੂੰ ਪਰਮੇਸ਼ਵਰ ਸਾਡੇ ਨਾਲ ਗੱਲਬਾਤ ਕਰ ਰਿਹਾ, ਵਚਨਾਂ ਦੇ ਰਾਹੀਂ ਸਾਡੇ ਨਾਲ ਗੱਲਬਾਤ ਕਰ ਰਿਹਾ। ਔਰ ਇਹ ਸਭ ਚੀਜ਼ਾਂ ਜਦੋਂ ਸਾਡੇ ਜੀਵਨ 'ਚ ਹੋ ਰਹੀਆਂ ਨੇ ਤਾਂ ਜੋ ਸੀਰੀਅਸ ਨੇ, ਜੋ ਧਿਆਨ ਦੇ ਨਾਲ ਇਹਨਾਂ ਚੀਜ਼ਾਂ ਨੂੰ ਕਰ ਰਹੇ ਨੇ, ਜੋ ਧਿਆਨ ਦੇ ਨਾਲ ਇਹਨਾਂ ਚੀਜ਼ਾਂ ਨੂੰ ਫੋਲੋ ਕਰ ਰਹੇ ਨੇ, ਪਰਮੇਸ਼ਵਰ ਉਹਨਾਂ ਦੇ ਜੀਵਨ 'ਚ ਬਦਲਾਅ ਵੀ ਲੈ ਕੇ ਆ ਰਿਹਾ। ਹਾਲੇਲੂਇਆ, ਹਾਲੇਲੂਇਆ। आओ ਅਸੀਂ ਅੱਜ ਮੈਂ ਅੱਜ ਦੇ ਵਚਨ ਦੇ ਲਈ ਤੁਹਾਡੇ ਵਚਨ ਦੇ ਵਿੱਚੋਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗਾ। ਸਾਰੇ ਮੇਰੇ ਨਾਲ ਯੋਹੰਨਾ ਉਸ ਦੀ 12 ਦੀ 24, ਯੋਹੰਨਾ 12 ਦੀ 24। ਹਾਲੇਲੂਇਆ, ਹਾਲੇਲੂਇਆ। ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ। ਇਸ ਜਗ੍ਹਾ ਤੇ ਪ੍ਰਭੂ ਯੀਸ਼ੂ ਮਸੀਹ ਜੀ ਤੁਹਾਨੂੰ ਤੇ ਮੈਨੂੰ ਕੁਝ ਕਹਿ ਰਹੇ ਨੇ ਜੀ। ਧਿਆਨ ਦੇ ਨਾਲ ਸੁਣਨਾ। ਉੱਥੇ ਵਚਨ ਜਿਹੜਾ ਹੈ ਉਹ ਵਚਨ ਇਹ ਹੋ ਰਿਹਾ ਕਿ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਦਾਣਾ ਜੋ ਕਣਕ ਦਾ ਦਾਣਾ ਜੇ ਜ਼ਮੀਨ ਵਿੱਚ ਪੈ ਕੇ ਨਾ ਮਰੇ। ਅਗਰ ਇੱਕ ਕਣਕ ਦਾ ਦਾਣਾ, ਸਭ ਨੇ ਕਣਕ ਦਾ ਦਾਣਾ ਦੇਖਿਆ? ਅਗਰ ਇੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਪੈ ਕੇ ਜਦੋਂ ਤੱਕ ਉਹ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ। ਉਹ ਇਕੱਲਾ ਹੀ ਰਹਿੰਦਾ। ਤੁਸੀਂ ਸਭ ਨੇ ਕਣਕ ਦੇ ਦਾਣੇ ਦੇਖੇ ਹੋਣਗੇ, ਕਣਕ ਦਾ ਦਾਣਾ ਦੇਖਿਆ ਹੋਵੇਗਾ। ਹੁਣ ਕਣਕ ਆਸੇ ਪਾਸੇ ਕਣਕ ਲੱਗੀ ਹੋਈ ਹੈ, ਤੁਸੀਂ ਦੇਖੋਗੇ ਜਦ ਤੱਕ ਇੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਪੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ। ਅਤੇ ਜਦੋਂ ਤੱਕ ਉਹ ਨਹੀਂ ਮਰਦਾ ਉਹ ਇਕੱਲਾ ਹੀ ਰਹਿੰਦਾ ਹੈ। ਪਰ ਜੇ ਉਹ ਮਰੇ ਤਾਂ ਬਹੁਤ ਸਾਰਾ ਫਲ ਦਿੰਦਾ ਹੈ। ਜੇ ਉਹ ਮਰਦਾ ਹੈ ਤਾਂ ਹੀ ਬਹੁਤ ਸਾਰਾ ਕੀ ਦਿੰਦਾ ਹੈ? ਫਲ ਦਿੰਦਾ। ਹਾਲੇਲੂਇਆ, ਹਾਲੇਲੂਇਆ। ਤੁਸੀਂ ਧਿਆਨ ਨਾਲ ਇਸ ਵਚਨ ਨੂੰ ਸੁਣਿਆ। ਉਸ ਜਗ੍ਹਾ ਤੇ ਲਿਖਿਆ ਜਦੋਂ ਤੱਕ ਇੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰੇ ਨਾ। ਅਗਰ ਅਸੀਂ ਧਿਆਨ ਦੇ ਨਾਲ ਇੱਕ ਕਣਕ ਦੇ ਦਾਣੇ ਦੇਖੀਏ ਤਾਂ ਕਣਕ ਦਾ ਦਾਣਾ ਤੁਸੀਂ ਅਤੇ ਮੈਂ ਆ। ਉਹ ਕਣਕ ਦਾ ਦਾਣਾ ਬੋਲੋ ਮੈਂ ਹਾਂ। ਹਾਲੇਲੂਇਆ। ਉੱਥੇ ਲਿਖਿਆ ਹੈ ਜਦੋਂ ਤੱਕ ਉਹ ਕਣਕ ਦਾ ਦਾਣਾ ਮਰਦਾ ਨਹੀਂ, ਉਹ ਫਲਦਾ ਨਹੀਂ ਅਤੇ ਉਹਨਾਂ ਚ ਇਕੱਲਾ ਹੀ ਰਹਿੰਦਾ। ਪਰ ਜਦੋਂ ਉਹ ਕਣਕ ਦਾ ਦਾਣਾ ਮਰ ਜਾਂਦਾ ਉਹ ਬਹੁਤ ਸਾਰਾ ਕੀ ਦਿੰਦਾ ਹੈ? ਫਲ ਦਿੰਦਾ ਹੈ। ਯੀਸ਼ੂ ਮਸੀਹ ਜੀ ਨੇ, ਪ੍ਰਭੂ ਯੀਸ਼ੂ ਮਸੀਹ ਜੀ ਨੇ ਤੁਹਾਨੂੰ ਤੇ ਮੈਨੂੰ ਕਿਹਾ ਹੈ ਕਿ ਤੁਸੀਂ ਫਲ ਲੈ ਕੇ ਆਓ। ਤੁਸੀਂ ਕੀ ਲੈ ਕੇ ਆਓ? ਤੇ ਅੱਗੇ ਪਤਾ ਹੈ ਪ੍ਰਭੂ ਜੀ ਕੀ ਕਹਿੰਦੇ? ਤੁਸੀਂ ਬਹੁਤ ਸਾਰਾ ਫਲ ਲੈ ਕੇ ਆਓ। ਸਾਰੇ ਬੋਲੋ ਹਾਲੇਲੂਇਆ। ਤੁਸੀਂ ਬਹੁਤ ਸਾਰਾ ਕੀ ਲੈ ਕੇ ਆਓ? ਫਲ ਲੈ ਕੇ ਆਓ। ਤੁਸੀਂ ਆਪਣੇ ਧਿਆਨ ਦੇ ਨਾਲ ਆਪਣੇ ਜੀਵਨ ਨੂੰ ਵੇਖੋ ਅੱਜ ਪਲੀਜ਼। ਤੁਹਾਡੇ ਵਿੱਚੋਂ ਕਿੰਨੇ ਨੇ ਜਿਹੜੇ ਫਲ ਲੈ ਕੇ ਆ ਰਹੇ ਨੇ? ਤੁਹਾਡੇ ਵਿੱਚੋਂ ਕਿੰਨੇ ਨੇ ਜਿਨ੍ਹਾਂ ਦੇ ਜੀਵਨ ਫਲ ਦੇ ਰਹੇ ਨੇ? ਤੁਹਾਡੇ ਵਿੱਚੋਂ ਕਿੰਨੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਰਮੇਸ਼ਵਰ ਦੀਆਂ ਬਰਕਤਾਂ ਹਨ? ਤੁਹਾਡੇ ਵਿੱਚੋਂ ਕਿੰਨੇ ਨੇ ਜਿਹੜੇ ਪਰਮੇਸ਼ਵਰ ਦੇ ਨਾਲ ਆਤਮਿਕ ਤੌਰ ਤੇ ਸਹੀ ਤਰੀਕੇ ਨਾਲ ਚੱਲ ਰਹੇ ਨੇ? ਤੁਹਾਡੇ ਵਿੱਚੋਂ ਕਿੰਨੇ ਨੇ ਜਿਹੜੇ ਕਹਿੰਦੇ ਨੇ ਕਿ ਨਹੀਂ ਪਾਸਟਰ ਜੀ ਮੈਂ ਅੱਜ ਪਰਮੇਸ਼ਵਰ ਦੇ ਲਈ ਕੀ ਹੋ ਗਿਆ? ਮਰ ਗਿਆ। ਅੱਜ ਤੋਂ ਬਾਅਦ ਮੈਂ ਪਰਮੇਸ਼ਵਰ ਦੇ ਲਈ ਕੀ ਹੋ ਗਈ? ਮਰ ਗਈ। ਪਰ ਮੈਂ ਦੇਖਾਂ, ਅਗਰ ਮੈਂ ਤੁਹਾਨੂੰ ਸੱਚੀ ਦੱਸਾਂ, ਤੁਸੀਂ ਅਤੇ ਮੈਂ ਹਜੇ ਤੱਕ ਪਰਮੇਸ਼ਵਰ ਦੇ ਵਿੱਚ ਨਹੀਂ ਮਰੇ। ਹਾਲੇਲੂਇਆ। ਤੁਸੀਂ ਅਤੇ ਮੈਂ ਕਹਿਣੇ ਜ਼ਰੂਰ ਆ ਕਿ ਅਸੀਂ ਪਰਮੇਸ਼ਵਰ ਦੇ ਵਿੱਚ ਹਾਂ, ਮੈਂ ਪਰਮੇਸ਼ਵਰ ਦੇ ਵਿੱਚ ਹਾਂ, ਮੈਂ ਪਰਮੇਸ਼ਵਰ ਦੇ ਵਿੱਚ ਚੱਲ ਰਿਹਾ, ਪਰ ਹਜੇ ਤੱਕ ਵੀ ਅਸੀਂ ਪਰਮੇਸ਼ਵਰ ਦੇ ਵਿੱਚ ਨਹੀਂ ਮਰੇ। ਇੱਕ ਮਰਿਆ ਹੋਇਆ ਵਿਅਕਤੀ, ਜਿਹੜਾ ਇੱਕ ਮਰ ਗਿਆ ਵਿਅਕਤੀ, ਮੰਨ ਲਓ ਇੱਕ ਵਿਅਕਤੀ ਜੋ ਮਰ ਜਾਂਦਾ ਹੈ ਕਿ ਉਹਨੂੰ ਹਾਰ ਸ਼ਿੰਗਾਰ ਦਾ ਹੁੰਦਾ? ਜਦੋਂ ਇਨਸਾਨ ਮਰ ਜਾਂਦਾ ਹੈ ਕਿ ਉਹਨੂੰ ਹਾਰ ਸ਼ਿੰਗਾਰ ਦਾ ਹੁੰਦਾ ਕਿ ਮੈਂ ਹੁਣ ਮਰ ਗਿਆ ਜੀ? ਮਰਿਆ ਵਿਅਕਤੀ ਕਹਿੰਦਾ ਕਿ ਮੈਨੂੰ ਹਾਰ ਸ਼ਿੰਗਾਰ ਦਿਓ। ਮਰਿਆ ਵਿਅਕਤੀ ਕਹਿੰਦਾ ਕਿ ਮੈਨੂੰ ਬੜੇ ਸੋਹਣੇ ਸੋਹਣੇ ਕੱਪੜੇ ਦਿਓ। ਮਰਿਆ ਵਿਅਕਤੀ ਕਹਿੰਦਾ ਕਿ ਮੈਨੂੰ ਚੰਗੇ ਚੰਗੇ ਖਾਣੇ ਖਵਾਓ। ਕਿ ਮਰੇ ਵਿਅਕਤੀ ਦੀ ਆਸ ਹੁੰਦੀ ਹੈ ਕਿ ਹੁਣ ਮੈਨੂੰ ਟੀਵੀ ਦਿਖਾ ਦਿਓ, ਮੈਨੂੰ ਮੋਬਾਈਲ ਦਿਖਾ ਦਿਓ। ਮਰੇ ਵਿਅਕਤੀ ਦੀ ਕੋਈ ਵੀ ਆਸ਼ਾ ਨਹੀਂ ਹੁੰਦੀ, ਮਰੇ ਵਿਅਕਤੀ ਦੀ ਕੋਈ ਵੀ ਖਵਾਇਸ਼ ਨਹੀਂ ਹੁੰਦੀ। ਔਰ ਮਰਾ ਵਿਅਕਤੀ ਦੇ ਅੰਦਰ ਕੋਈ ਖਵਾਇਸ਼ ਰਹਿ ਹੀ ਨਹੀਂ ਜਾਂਦੀ ਕਿਉਂਕਿ ਉਹ ਕੀ ਹੋ ਜਾਂਦਾ ਹੈ? ਮਰ ਜਾਂਦਾ ਹੈ। ਹਾਲੇਲੂਇਆ। ਅੱਜ ਪ੍ਰਭੂ ਯੀਸ਼ੂ ਮਸੀਹ ਜੀ ਨੂੰ ਪੂਰੀ ਦੁਨੀਆ ਯਾਦ ਕਰਦੀ ਹੈ। ਪ੍ਰਭੂ ਯੀਸ਼ੂ ਮਸੀਹ ਜੀ ਦੇ ਕਾਰਨ ਪੂਰੀ ਦੁਨੀਆ ਅੱਜ ਉਹਨਾਂ ਨੂੰ ਮੁਕਤੀਦਾਤਾ ਮੰਨਦੇ ਨੇ। ਕਿਉਂ? ਕਿਉਂਕਿ ਯੀਸ਼ੂ ਮਸੀਹ ਜੀ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕੀ ਕਰਿਆ? ਮਾਰਿਆ। ਜਿਹੜਾ ਕੰਮ ਪ੍ਰਭੂ ਯੀਸ਼ੂ ਮਸੀਹ ਜੀ ਨੂੰ ਪਰਮੇਸ਼ਵਰ ਜੀ ਨੇ ਦਿੱਤਾ, ਉਸ ਕੰਮ ਨੂੰ ਪਰਮੇਸ਼ਵਰ ਨੇ ਪੂਰਾ ਕੀਤਾ। ਪਰਮੇਸ਼ਵਰ
ਪ੍ਰਭੂ ਯਿਸੂ ਮਸੀਹ ਨੇ ਉਸ ਕੰਮ ਨੂੰ ਕੀ ਕੀਤਾ? ਪ੍ਰਭੂ ਯਿਸੂ ਮਸੀਹ ਨੂੰ ਪਰਮੇਸ਼ਰ ਨੇ ਕੀ ਕੰਮ ਦਿੱਤਾ ਸੀ? ਪ੍ਰਭੂ ਯਿਸੂ ਮਸੀਹ ਨੂੰ ਪਰਮੇਸ਼ਰ ਨੇ ਇੱਕ ਕੰਮ ਦਿੱਤਾ। ਹਾਂਜੀ, ਕੀ ਹੈ? ਥੱਲੇ ਆਓ, ਥੱਲੇ ਚਲੋ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੂੰ ਪਰਮੇਸ਼ਰ ਨੇ ਕੰਮ ਦਿੱਤਾ ਸੀ। ਕੀ ਕੰਮ ਦਿੱਤਾ ਸੀ? ਕਿ ਮੇਰੇ ਬੇਟੇ ਤੂੰ ਧਰਤੀ ਤੇ ਜਾਣਾ ਹੈ, ਧਰਤੀ ਤੇ ਜਾ ਕੇ 33.5 ਸਾਲ ਧਰਤੀ ਤੇ ਰਹਿਣਾ ਹੈ। ਰਹਿਣ ਤੋਂ ਬਾਅਦ ਕੀ ਕਰਨਾ ਹੈ? ਤੂੰ ਆਪਣੀ ਜਾਨ ਸੂਲੀ ਉੱਤੇ ਕੀ ਕਰਨੀ ਹੈ? ਦੇ ਦੇਣੀ ਹੈ। ਆਪਣੀ ਜਾਨ ਸੂਲੀ ਉੱਤੇ ਦੇਣੀ ਹੈ। ਆਪਣੀ ਜਾਨ ਸੂਲੀ ਉੱਤੇ ਦੇਣ ਤੋਂ ਬਾਅਦ ਕੀ ਕਰਨਾ ਹੈ? ਜਿਹੜੇ ਪਾਪ ਨੇ ਲੋਕਾਂ ਦੇ, ਉਹ ਤੂੰ ਆਪਣੇ ਉੱਪਰ ਚੁੱਕ ਲੈਣੇ ਨੇ। ਔਰ ਉਸ ਤੋਂ ਬਾਅਦ ਤੇਰੇ ਲਹੂ ਵਹਾਉਣ ਦੇ ਦੁਆਰਾ, ਤੇਰੇ ਸੂਲੀ ਚੜਨ ਦੇ ਦੁਆਰਾ, ਤੇਰੇ ਮਰਨ ਦੇ ਦੁਆਰਾ ਮੈਂ ਹੋਰ ਲੋਕਾਂ ਨੂੰ ਕੀ ਕਰਾਂਗਾ? ਬਚਾਵਾਂਗਾ। ਪਰ ਇਹ ਵੀ ਦੇਖ, ਅਗਰ ਤੂੰ ਮੇਰੀ ਇਸ ਗੱਲ ਨੂੰ ਮੰਨੇਗਾ, ਤੂੰ ਮੇਰੇ ਲਈ ਅਗਰ ਮਰੇਗਾ, ਤਾਂ ਮੈਂ ਤੈਨੂੰ ਇੱਕ ਸਭ ਤੋਂ ਜ਼ਬਰਦਸਤ ਚੀਜ਼ ਦੇਵਾਂਗਾ। ਮੈਂ ਤੈਨੂੰ ਆਪਣੇ ਸਿੰਘਾਸਨ ਦੇ ਸੱਜੇ ਪਾਸੇ ਬਿਠਾਵਾਂਗਾ। ਸਾਰੇ ਬੋਲੋ ਹਾਲੇਲੂਇਆ। ਮੈਂ ਤੈਨੂੰ ਆਪਣਾ ਬੇਟਾ ਹੋਣ ਦਾ ਇਖਤਿਆਰ ਦੇਵਾਂਗਾ। ਤੁਹਾਨੂੰ ਪਤਾ, ਜਦੋਂ ਪ੍ਰਭੂ ਯਿਸੂ ਮਸੀਹ ਲਾਸਟ ਪ੍ਰਾਰਥਨਾ ਵੇਲੇ ਜਦੋਂ ਪ੍ਰਾਰਥਨਾ ਕਰ ਰਹੇ ਨੇ ਗਤਸਮਨੀ ਦੇ ਵਿੱਚ, ਤਾਂ ਪ੍ਰਭੂ ਯਿਸੂ ਮਸੀਹ ਜੀ ਪਰਮੇਸ਼ਰ ਨੂੰ ਕਹਿ ਰਹੇ ਨੇ, ਪਰ ਪਰਮੇਸ਼ਵਰ ਜੀ ਤੁਸੀਂ ਚਾਹੋ ਤਾਂ ਪਿਆਲਾ ਮੇਰੇ ਤੋਂ ਕੀ ਕਰ ਦੋ? ਦੂਰ ਕਰ ਦੋ। ਤੁਸੀਂ ਚਾਹੋ ਤਾਂ ਇਹ ਜਿਹੜੀ ਮੌਤ ਹੈ, ਜੋ ਮੇਰੀ ਮੌਤ ਮੈਨੂੰ ਆਉਣੀ ਹੈ, ਇਹ ਮੌਤ ਤੁਸੀਂ ਚਾਹੋ ਤਾਂ ਟਾਲ ਸਕਦੇ ਹੋ। ਪਰ ਅੱਗੇ ਕਿਹਾ, ਨਹੀਂ, ਮੇਰੀ ਇੱਛਾ ਨਹੀਂ ਬਲਕਿ ਕਿਹਦੀ ਇੱਛਾ ਪੂਰੀ ਹੋਵੇ? ਪ੍ਰਭੂ ਯਿਸੂ ਪਰਮੇਸ਼ਵਰ ਜੀ ਤੁਹਾਡੀ ਇੱਛਾ ਪੂਰੀ ਹੋਵੇ। ਯਿਸੂ ਮਸੀਹ ਪਰਮੇਸ਼ਰ ਦੇ ਪੁੱਤਰ ਹੋਣ ਦੇ ਬਾਵਜੂਦ ਵੀ ਇਹ ਚੀਜ਼ ਕਹਿ ਰਹੇ ਨੇ, ਮੇਰੀ ਇੱਛਾ ਨਹੀਂ, ਕਿਹਦੀ ਇੱਛਾ ਪੂਰੀ ਹੋਵੇ? ਤੁਹਾਡੀ ਇੱਛਾ ਪੂਰੀ ਹੋਵੇ। ਕਿਉਂਕਿ ਉਹ ਕੀ ਸਨ? ਉਹ ਆਪਣੇ ਆਪ ਚ ਕੀ ਹੋ ਗਏ ਸਨ? ਮਰ ਗਏ ਸਨ। ਅਸੀਂ ਆਪਣੇ ਆਪ ਚ ਮਰੇ ਨਹੀਂ ਹਨ। ਸਾਰੇ ਬੋਲੋ ਹਾਲੇਲੂਇਆ। ਅਗਰ ਤੁਸੀਂ ਫਲ ਦੇਣਾ ਚਾਹੁੰਦੇ ਹੋ ਨਾ, ਆਪਣੀਆਂ ਗੱਲਾਂ ਦੇ ਵਿੱਚ ਮਰ ਜਾਓ। ਜੋ ਗੱਲਾਂ ਤੁਸੀਂ ਸ਼ੈਤਾਨੀ ਗੱਲਾਂ ਕਰਦੇ ਹੋ, ਉਹਨਾਂ ਗੱਲਾਂ ਵਿੱਚ ਕੀ ਹੋ ਜਾਓ? ਮਰ ਜਾਓ। ਅਗਰ ਤੁਸੀਂ ਪਰਮੇਸ਼ਰ ਚ ਫਲ ਦੇਣਾ ਚਾਹੁੰਦੇ ਹੋ, ਆਪਣੇ ਆਪ ਨੂੰ ਸੰਸਾਰ ਦੀਆਂ ਗੱਲਾਂ ਤੋਂ ਮਾਰ ਦਿਓ। ਅਗਰ ਤੁਸੀਂ ਫਲ ਦੇਣਾ ਚਾਹੁੰਦੇ ਹੋ, ਜੋ ਕੰਮ ਰਿਸ਼ਤੇਦਾਰ ਕਰਦੇ ਨੇ, ਜੋ ਕੰਮ ਤੁਹਾਡੇ ਗੁਆਂਢੀ ਕਰਦੇ ਨੇ, ਜੋ ਕੰਮ ਤੁਹਾਡੇ ਭੈਣ ਭਰਾ ਕਰਦੇ ਨੇ, ਜੋ ਕੰਮ ਤੁਹਾਡੇ ਘਰਾਂ 'ਚ ਹੋ ਰਹੇ ਨੇ, ਜਿਹੜੇ ਪਰਮੇਸ਼ਰ ਤੋਂ ਖਿਲਾਫ ਨੇ, ਉਹ ਕੰਮ ਤੁਸੀਂ ਕਰਨਾ ਕੀ ਕਰ ਦਿਓ? ਬੰਦ ਕਰ ਦਿਓ। ਉਹਨਾਂ ਕੰਮਾਂ ਲਈ ਕੀ ਹੋ ਜਾਓ? ਮਰ ਜਾਓ। ਜਦੋਂ ਤੁਸੀਂ ਮਰ ਜਾਓਗੇ ਉਹਨਾਂ ਕੰਮਾਂ ਲਈ, ਪਤਾ ਕੀ ਹੋਵੇਗਾ? ਪਰਮੇਸ਼ਵਰ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਜ਼ਬਰਦਸਤ ਫਲ ਦੇਣਾ ਸ਼ੁਰੂ ਕਰ ਦੇਗਾ। ਸਾਰੇ ਬੋਲੋ ਹਾਲੇਲੂਇਆ। ਦੇਖੋ, ਇੱਕ ਚੀਜ਼ ਆ, ਜਦੋਂ ਅਸੀਂ ਪੜਿਆ ਵਚਨ, ਜਦੋਂ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਨਾ ਮਰੇ, ਉਹ ਇਕੱਲਾ ਹੀ ਰਹਿੰਦਾ ਹੈ। ਪਰ ਜਦੋਂ ਮਰ ਜਾਂਦਾ ਹੈ, ਉਹ ਬਹੁਤ ਫਲ ਦਿੰਦਾ ਹੈ। ਮੈਂ ਕਿਵੇਂ ਮਰਾਂ ਪਾਸਟਰ ਜੀ? ਮੈਂ ਕੀ ਕਰਨਾ ਪਵੇਗਾ ਮੈਨੂੰ ਮਰਨ ਦੇ ਲਈ? ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਅਗਰ ਤੁਸੀਂ ਆਪਣੇ ਆਪ 'ਚ ਮਰਨਾ ਚਾਹੁੰਦੇ ਹੋ, ਤਾਂ ਜਦੋਂ ਬਾਈਬਲ ਨੂੰ ਧਿਆਨ ਨਾਲ ਪੜੋਗੇ, ਮੂਸਾ ਨੂੰ ਪਰਮੇਸ਼ਵਰ ਨੇ ਮਾਰਿਆ 40 ਸਾਲ ਬਰਾਨਾ ਵਿੱਚ ਰੱਖ ਕੇ। ਉਹਦੇ ਸੁਭਾਅ ਨੂੰ ਮਾਰਿਆ, ਉਹਦੇ ਗੁੱਸੇ ਨੂੰ ਮਾਰਿਆ, ਉਹਦੀਆਂ ਆਦਤਾਂ ਨੂੰ ਮਾਰਿਆ। ਯੂਸਫ ਨੂੰ ਪਰਮੇਸ਼ਵਰ ਨੇ ਮਾਰਿਆ ਖੱਡੇ 'ਚ ਸੁੱਟ ਕੇ। ਖੱਡੇ 'ਚ ਸੁੱਟ ਤੋਂ ਬਾਅਦ ਪੋਤੀਫਰ ਦੇ ਘਰੇ ਰੱਖਿਆ। ਪੋਤੀਫਰ ਦੇ ਘਰ ਤੋਂ ਬਾਅਦ ਫਿਰ ਉਹਨੂੰ ਜੇਲ੍ਹ ਵਿੱਚ ਰੱਖਿਆ। ਹਾਲੇਲੂਇਆ। ਜਦੋਂ ਪਰਮੇਸ਼ਵਰ ਸਾਨੂੰ ਮਾਰਦਾ ਹੈ, ਜਦੋਂ ਪਰਮੇਸ਼ਵਰ ਸਾਡੇ ਸੁਭਾਅ ਨੂੰ ਬਦਲਦਾ ਹੈ, ਜਦੋਂ ਪਰਮੇਸ਼ਵਰ ਸਾਨੂੰ ਦੁੱਖ ਦਿੰਦਾ ਹੈ ਨਾ, ਉਦੋਂ ਸਾਨੂੰ ਉਹ ਕੀ ਕਰ ਰਿਹਾ? ਮਾਰ ਰਿਹਾ ਹੈ। ਸਾਨੂੰ ਕੀ ਕਰ ਰਿਹਾ? ਮਾਰ ਰਿਹਾ। ਸ਼ੈਤਾਨੀ ਕੰਮਾਂ ਤੋਂ ਸਾਨੂੰ ਮਾਰ ਰਿਹਾ, ਦੁਨੀਆਦਾਰੀ ਤੋਂ ਸਾਨੂੰ ਮਾਰ ਰਿਹਾ। ਔਰ ਉਦੋਂ ਅਸੀਂ ਪਰਮੇਸ਼ਰ ਨੂੰ ਕਹਿਣਾ ਹੈ, ਕੋਈ ਗੱਲ ਨਹੀਂ ਮੇਰੇ ਪ੍ਰਭੂ, ਮੈਂ ਤਿਆਰ ਹਾਂ ਮਰਨ ਦੇ ਲਈ। ਸਾਰੇ ਬੋਲੋ ਹਾਲੇਲੂਇਆ। ਮੈਂ ਨਾ ਪਾਪੀ ਕੰਮਾਂ ਤੋਂ ਮਰਨ ਦੇ ਲਈ ਕੀ ਆ? ਤਿਆਰ ਹਾਂ। ਮੈਂ ਦੁੱਖ ਸਹਿਣ ਦੇ ਲਈ ਤਿਆਰ ਹਾਂ। ਔਰ ਅਗਰ ਤੁਸੀਂ ਮਰਨਾ ਚਾਹੁੰਦੇ ਹੋ, ਤਾਂ ਕੋਸ਼ਿਸ਼ ਕਰੋ ਜਿੰਨਾ ਹੋ ਸਕਦਾ ਪ੍ਰੇਅਰ ਅਤੇ ਫਾਸਟਿੰਗ 'ਚ ਰਹਿਣਾ ਸ਼ੁਰੂ ਕਰੋ। ਸਾਰੇ ਬੋਲੋ ਹਾਲੇਲੂਇਆ। ਪ੍ਰੇਅਰ ਅਤੇ ਫਾਸਟਿੰਗ ਤੁਹਾਡਾ ਜ਼ਿੰਦਗੀ ਦਾ ਇੱਕ ਮੇਨ ਹਿੱਸਾ ਹੋਣਾ ਚਾਹੀਦਾ। ਤੁਹਾਡੇ ਚੋਂ ਬਹੁਤ ਲੋਕ ਨੇ ਜੋ ਇੱਥੇ ਬੈਠੇ ਨੇ, ਜੋ ਫਾਸਟਿੰਗ ਹੀ ਨਹੀਂ ਕਰਦੇ। ਤੁਹਾਡੇ ਚੋਂ ਕਈ ਤਾਂ ਐਸੇ ਨੇ ਸਿਰਫ ਪ੍ਰੇਅਰ ਹੀ, ਜਿਨ੍ਹਾਂ ਦੀ ਸਿਰਫ ਪ੍ਰਾਰਥਨਾ, ਸਿਰਫ ਜਿਨ੍ਹਾਂ ਦੀ ਕਿਹੜੇ ਇੱਥੇ ਆ ਕੇ ਸਿਰਫ ਐਤਵਾਰੀ ਸਾਡੇ ਨਾਲ ਪ੍ਰੇਅਰ ਕਰਦੇ ਨੇ ਬਸ। ਬਾਕੀ ਉਹਨਾਂ ਦਾ ਕੋਈ ਰਿਸ਼ਤਾ ਨਹੀਂ ਹੈ ਪਰਮੇਸ਼ਵਰ ਦੇ ਨਾਲ। ਕੋਈ ਪਤਾ ਨਹੀਂ ਹੈ ਕਿ ਘਰੇ ਪ੍ਰੇਅਰ ਕਰਨੀ ਹੈ ਕਿ ਨਹੀਂ ਕਰਨੀ, ਫਾਸਟ ਰੱਖਣੇ ਹਨ ਕਿ ਨਹੀਂ ਰੱਖਣੇ, ਮੈਨੂੰ ਪ੍ਰੇਅਰ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਪਰਮੇਸ਼ਰ ਦੇ ਸਾਹਮਣੇ।
ਕੋਈ ਸਮਾਂ ਨਿਯੁਕਤ ਨਹੀਂ ਕੀਤਾ ਤੁਸੀਂ ਕਦੇ ਵੀ, ਕਿਸੇ ਨੇ ਵੀ ਅਜੇ ਤੱਕ, ਕਿ ਮੈਂ ਕਿੰਨੇ ਵਜੇ ਪ੍ਰੇਅਰ ਕਰਨੀ ਹੈ। ਤੁਹਾਡਾ ਇੱਕ ਸਮਾਂ ਨਿਯੁਕਤ ਹੋਣਾ ਚਾਹੀਦਾ। ਆਪਣਾ ਟਾਈਮ ਪਰਮੇਸ਼ਰ ਦੇ ਨਾਲ ਨਿਯੁਕਤ ਕਰੋ ਕਿ ਮੈਂ ਇੰਨੇ ਵਜੇ ਕੀ ਕਰਨੀ ਆ, ਪ੍ਰੇਅਰ ਕਰਨੀ ਹੈ। ਮੈਂ ਪ੍ਰਚਾਰ ਤੋਂ ਬਾਅਦ ਤੁਹਾਨੂੰ ਇੱਕ ਰਿਕਾਰਡਿੰਗ ਸੁਣਾਉਂਗਾ, ਅਗਰ ਕਿਸੇ ਕੋਲ ਹੈਗੀ ਉਹ ਜਲਦੀ ਕੱਢ ਕੇ ਤੁਸੀਂ ਉੱਥੇ ਰੱਖ ਲਓ। ਉਹ ਵਾਲੀ ਕੰਟਰੋਲ ਵਾਲੀ 30 ਸੈਕਿੰਡ ਦੀ ਰਿਕਾਰਡਿੰਗ, ਉਸ ਤੋਂ ਬਾਅਦ ਆਪਾਂ ਚਲਾਵਾਂਗੇ। ਹਾਲੇਲੂਇਆ, ਹਾਲੇਲੂਇਆ। ਆਪਣਾ ਸਮਾਂ ਪਰਮੇਸ਼ਰ ਦੇ ਨਾਲ ਨਿਯੁਕਤ ਕਰੋ, ਫਾਸਟਿੰਗ ਚ ਰਹੋ। ਅਗਰ ਤੁਹਾਡੀ ਮੈਰਿਜ ਦੀ ਪ੍ਰੋਬਲਮ ਹੈ, ਤੁਸੀਂ ਉਸ ਮੈਰਿਜ ਦੇ ਲਈ ਪਰਮੇਸ਼ਰ ਦੇ ਅੱਗੇ ਜਾਓ ਔਰ ਕੰਟੀਨਿਊਸ ਲਗਾਤਾਰ ਫਾਸਟਿੰਗ ਕਰੋ। ਅਗਰ ਤੁਹਾਡੀ ਕੋਈ ਹੋਰ ਪ੍ਰੋਬਲਮ ਹੈ, ਤੁਹਾਡੀ ਕੋਈ ਹੋਰ ਸਮੱਸਿਆ, ਨਸ਼ੇ ਦੀ ਸਮੱਸਿਆ, ਤੁਹਾਡੀ ਕੋਈ ਗੰਦੀ ਆਦਤ ਦੀ ਸਮੱਸਿਆ, ਕੋਈ ਵਿਭਚਾਰ ਦੀ ਸਮੱਸਿਆ, ਤੁਹਾਡੀ ਕੋਈ ਹੋਰ ਸਮੱਸਿਆ, ਜੀਵਨ 'ਚ ਬੜੀਆਂ ਸਮੱਸਿਆ ਹੁੰਦੀਆਂ ਨੇ, ਉਹਨਾਂ ਸਮੱਸਿਆ ਨੂੰ ਪਰਮੇਸ਼ਰ ਦੇ ਅੱਗੇ ਲੈ ਕੇ ਜਾਓ ਔਰ ਲਗਾਤਾਰ ਕੀ ਕਰੋ, ਫਾਸਟਿੰਗ ਕਰੋ, ਪ੍ਰੇਅਰ ਕਰੋ। ਔਰ ਵਰਤ ਪ੍ਰਾਰਥਨਾ ਸਾਨੂੰ ਪਰਮੇਸ਼ਰ ਦੇ ਵਿੱਚ ਕੀ ਕਰਦੀ ਹੈ, ਮਾਰਦੀ ਹੈ। ਵਰਤ ਪ੍ਰਾਰਥਨਾ ਇੱਕ ਐਸੀ ਚੀਜ਼ ਹੈ ਜੋ ਸਾਨੂੰ ਹਰ ਦਿਨ ਮਾਰਦੀ ਹੈ। परमेश्वर का दास संत पौलुस कह रहा है, मैं अपने आप को मारता कुटता हूं। मैं अपने आप को मारदा ते कुटदा। की कहंदा, मैं अपने आप को की करदा, मारदा ते कुटदा। मतलब की करदा सी, अपने आप को डंडे ना मारदा सी, नहीं कि अपने आप को छंटे मारदा सी, कि अपने जख्म करदा सी, नहीं। मारदा कुटदा दा मतलब ਤੁਹਾਡੇ ਸਾਹਮਣੇ ਕੋਈ ਚੀਜ਼ ਹੋਵੇਗੀ, ਤੁਸੀਂ ਉਸ ਨੂੰ ਦੇਖੋ। ਤੁਹਾਡੇ ਸਾਹਮਣੇ ਕੋਈ ਚੀਜ਼ ਹੋਵੇਗੀ, ਤੁਸੀਂ ਉਸ ਨਾਲ ਗਲਤ ਹੋਵੋ। ਤੁਹਾਡੇ ਸਾਹਮਣੇ ਆਫਰ ਆਉਣਗੇ, ਤੁਹਾਨੂੰ ਕਹੇਗਾ ਕਿ ਨਸ਼ਾ ਕਰ, ਤੁਹਾਨੂੰ ਕੋਈ ਕਹੇਗਾ ਤੂੰ ਇਹਦੇ ਨਾਲ ਗਲਤ ਹੋ, ਤੁਹਾਨੂੰ ਕੋਈ ਕਹੇਗਾ ਤੂੰ ਇਹਦੇ ਨਾਲ ਉੱਚੀ ਬੋਲ, ਤੁਹਾਨੂੰ ਕਹੇਗਾ ਕੋਈ ਆ ਮੋਬਾਈਲ ਤੇ ਆ ਗੰਦੀ ਚੀਜ਼ ਦੇਖ, ਪਰ ਤੁਸੀਂ ਉਹ ਨਹੀਂ ਦੇਖਦੇ। ਤੁਸੀਂ ਉਸ ਜਗ੍ਹਾ ਨੂੰ ਛੱਡ ਕੇ ਚਲੇ ਜਾਂਦੇ ਹੋ, ਉਸ ਚੀਜ਼ ਨੂੰ ਛੱਡ ਦਿੰਦੇ ਹੋ। ਇਹਦਾ ਮਤਲਬ ਤੁਸੀਂ ਆਪਣੇ ਸਰੀਰ ਨੂੰ ਕੀ ਕਰਦੇ ਹੋ, ਮਾਰਦੇ ਤੇ ਕੁੱਟਦੇ ਹੋ। ਔਰ ਇਹ ਨਹੀਂ ਹੈਗਾ, ਐਵੇਂ ਮਨਾ ਨਹੀਂ ਕਰੋਗੇ ਤੁਸੀਂ, ਐਵੇਂ ਤੁਹਾਡੇ ਮੋਬਾਈਲ ਤੇ ਕੋਈ ਚੀਜ਼ ਆ ਕੇ ਤੁਸੀਂ ਦੇਖੇ ਬਿਨਾਂ ਰਹਿ ਨਹੀਂ ਸਕਦੇ। ਅਗਰ ਤੁਹਾਨੂੰ ਕੋਈ ਹੋਰ ਸ਼ੈਤਾਨੀ ਚੀਜ਼, ਕਿਸੇ ਲੜਕੀ ਜਾਂ ਲੜਕੇ ਜਾਂ ਕੁਝ ਵੀ ਤੁਹਾਨੂੰ ਆਫਰ ਮਿਲੇ ਜਾਂ ਕੁਝ ਮਿਲੇ, ਤੁਸੀਂ ਨਹੀਂ ਛੱਡੋਗੇ, ਕਿਉਂਕਿ ਤੁਹਾਡੀ ਪਿੱਛੇ ਪ੍ਰੇਅਰ ਨਹੀਂ ਹੈਗੀ। ਤੁਸੀਂ ਉਸ ਚੀਜ਼ ਦੇ ਲਈ ਪ੍ਰੇਅਰ ਨਹੀਂ ਕਰ ਰਹੇ, ਤੁਸੀਂ ਉਸ ਚੀਜ਼ ਦੇ ਲਈ ਫਾਸਟਿੰਗ ਨਹੀਂ ਕਰ ਰਹੇ। ਇਸੇ ਕਰਕੇ ਕਈ ਅੱਜ ਵਿਸ਼ਵਾਸੀ ਜਿਹੜੇ ਪਾਪ ਵਿੱਚ ਨੇ, ਔਰ ਉਹ ਪਾਪ ਦੇ ਨਾਲ ਕੀ ਕਰ ਰਹੇ ਨੇ, ਲੜ ਰਹੇ ਨੇ। ਹਾਲੇਲੂਇਆ। ਸਹੀ ਹੈ ਕਿ ਗਲਤ ਹੈ? ਅੱਜ ਕਈ ਵਿਸ਼ਵਾਸੀ ਨੇ, ਕਈ ਮੇਰੇ ਭੈਣ ਭਰਾ, ਨੌਜਵਾਨ ਲੜਕੇ ਲੜਕੀਆਂ ਜੋ ਪਾਪ ਦੇ ਨਾਲ ਕੀ ਕਰ ਰਹੇ ਨੇ, ਲੜ ਰਹੇ ਨੇ। ਮੈਰਿਡ, ਅਨਮੈਰਿਡ, ਉਹ ਪਾਪ ਨਾਲ ਕੀ ਕਰ ਰਹੇ ਨੇ, ਲੜ ਰਹੇ ਨੇ। ਪਰ ਪਾਪ ਤੋਂ ਜਿੱਤ ਨਹੀਂ ਰਹੇ। ਪਾਪ ਤੋਂ ਕਿਉਂ ਨਹੀਂ ਜਿੱਤ ਰਹੇ? ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਕੀ ਨਹੀਂ ਕੀਤਾ, ਆਪਣੇ ਆਪ ਨੂੰ ਮਾਰਿਆ ਨਹੀਂ। ਆਪਣੇ ਆਪ ਨੂੰ ਕੀ ਨਹੀਂ ਕੀਤਾ, ਮਾਰਿਆ ਨਹੀਂ। ਇਸ ਲਈ ਆਪਣੇ ਆਪ ਨੂੰ ਮਾਰੋ ਪਲੀਜ਼। ਅਗਰ ਤੁਸੀਂ ਆਪਣੇ ਆਪ ਨੂੰ ਮਾਰੋਗੇ, ਤੁਸੀਂ ਪਾਪ ਨੂੰ ਜਿੱਤ ਲਓਗੇ। ਔਰ ਆਪਣੇ ਆਪ ਨੂੰ ਮਾਰਨ ਦਾ ਇੱਕੋ ਇੱਕ ਤਰੀਕਾ ਹੈ, ਫਾਸਟਿੰਗ ਔਰ ਪ੍ਰੇਅਰ, ਔਰ ਪਰਮੇਸ਼ਰ ਦੇ ਵਚਨ ਨੂੰ ਪੜ੍ਹਨਾ, ਰੈਗੂਲਰ ਵਚਨ ਨੂੰ ਪੜ੍ਹਨਾ। ਮੈਂ ਇਸ ਜਗ੍ਹਾ ਤੇ ਦੇਖਿਆ ਬ੍ਰਦਰ ਲੀਡਿੰਗ ਕਰਾ ਰਹੇ ਆ ਜਾਂ ਕੋਈ ਹੋਰ, ਉਹਨਾਂ ਨੂੰ ਵਚਨ ਨਹੀਂ ਯਾਦ ਆ ਰਹੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕਿਹੜਾ ਵਚਨ ਕਿੱਥੇ ਬੋਲਾਂ। ਕਿਉਂ? ਕਿਉਂਕਿ ਬਾਈਬਲ ਰੀਡਿੰਗ ਬਹੁਤ ਜ਼ਿਆਦਾ ਵੀਕ ਹੋ ਚੁੱਕੀ ਹੈ। ਪ੍ਰਾਰਥਨਾ ਦਾ ਸਮਾਂ ਸਾਡਾ ਘਟ ਚੁੱਕਿਆ। ਫਾਸਟਿੰਗ ਪ੍ਰੇਅਰ ਅਸੀਂ ਕਦੇ ਕਰ ਲਈ, ਕਦੇ ਨਹੀਂ ਕੀਤੀ। ਕੋਈ ਸਾਡਾ ਹਫਤੇ ਦਾ ਸ਼ਡਿਊਲ ਨਹੀਂ ਹੈ। ਆਪਣੀ ਡਾਇਰੀ ਤੇ ਹਰ ਹਫਤੇ ਦਾ ਸ਼ਡਿਊਲ ਬਣਾਓ, ਮੈਂ ਇਸ ਹਫਤੇ ਵਿੱਚ ਇੰਨੇ ਦਿਨ ਫਾਸਟਿੰਗ ਰੱਖਣੀ ਆ, ਇੰਨੇ ਵਜੇ ਸਵੇਰ ਉੱਠ ਕੇ ਮੈਂ ਪ੍ਰੇਅਰ ਕਰਨੀ ਹੈ, ਸ਼ਾਮ ਨੂੰ ਇੰਨੇ ਵਜੇ ਮੈਂ ਪ੍ਰੇਅਰ ਕਰਨੀ ਹੈ। ਹਫਤੇ 'ਚ ਆ ਦਿਨ ਮੈਂ ਕੀ ਰੱਖਣਾ, ਫਾਸਟ ਰੱਖਣਾ। ਹਾਲੇਲੂਇਆ। ਜਦੋਂ ਤੁਸੀਂ ਇਹ ਜਿਹੇ ਕੰਮ ਕਰੋਗੇ, ਜਦੋਂ ਤੁਸੀਂ ਐ ਆਪਣੀ ਜ਼ਿੰਦਗੀ ਨੂੰ ਐ ਚਲਾਓਗੇ ਨਾ, ਹਫਤੇ ਦੇ ਅਨੁਸਾਰ, ਮਹੀਨੇ ਦੇ ਅਨੁਸਾਰ, ਮਹੀਨੇ ਦਾ ਪਲਾਨ ਕੀ ਹੈ ਤੁਹਾਡਾ, ਹਫਤੇ ਦਾ ਕੀ ਹੈ, ਮਹੀਨੇ 'ਚ ਕਿੰਨੇ ਫਾਸਟ ਰੱਖਣੇ ਨੇ, ਹਫਤੇ 'ਚ ਕਿੰਨੇ ਫਾਸਟ ਰੱਖਣੇ, 3 ਰੱਖਣੇ ਨੇ ਹਫਤੇ ਦੇ ਵਿੱਚ, ਜਾਂ 7 ਰੱਖਣੇ ਨੇ ਮਹੀਨੇ ਦੇ ਵਿੱਚ, ਜਾਂ 14 ਰੱਖਣੇ ਨੇ, ਜਾਂ 21 ਰੱਖਣੇ ਨੇ, ਜਾਂ ਮੈਂ 40 ਫਾਸਟਿੰਗ ਰੱਖਣੀ ਆ। ਜਦੋਂ ਤੁਸੀਂ ਇਹ ਪਲਾਨ ਬਣਾਓਗੇ ਔਰ ਉਹਨਾਂ ਕਿਉਂ ਵਰਤ ਰੱਖਣੇ ਆ, ਕੀ ਕਾਰਨ ਹੈ ਮੈਂ ਵਰਤ ਕਿਉਂ ਰੱਖਦਾ। ਅੱਜ ਮੈਂ ਕਈ ਲੋਕ ਕਈ ਫਾਸਟ ਰੱਖਦੇ ਨੇ, ਮੈਨੂੰ ਪੁੱਛਦਾ ਕਿਉਂ ਰੱਖਿਆ, ਬਸ ਉਹੀ ਰੱਖ ਲਏ ਪਾਸਟਰ ਜੀ। ਨਹੀਂ, ਵਿਸ਼ੇ ਰੱਖੋ ਪਰਮੇਸ਼ਰ ਦੇ ਅੱਗੇ। ਜਦੋਂ ਵਰਤ ਰੱਖਦੇ ਹੋ, ਹਰ ਦਿਨ ਪਰਮੇਸ਼ਰ ਦੇ ਅੱਗੇ ਵਿਸ਼ਾ ਰੱਖ ਕੇ ਕੀ ਕਰੋ, ਪ੍ਰਾਰਥਨਾ ਕਰੋ। ਔਰ ਕਦੇ ਵੀ ਆਪ ਦੇ ਲਈ ਨਾ ਚੀਜ਼ਾਂ ਮੰਗੋ। ਮੈਂ ਪਰਮੇਸ਼ਰ ਵਰਤ ਇਸ ਲਈ ਰੱਖ ਰਿਹਾ ਕਿਉਂਕਿ ਮੈਂ ਉੱਥੇ ਫੋਨ ਤੇ ਉਸ ਲੜਕੀ ਨਾਲ ਗੱਲ ਕਰਦਾ, ਮੈਂ ਉਸ ਲੜਕੇ ਨਾਲ ਗੱਲ ਕਰਦਾ, ਤਾਂ ਮੈਂ ਕੀ ਵਰਤ ਰੱਖਿਆ, ਮੇਰਾ ਉੱਥੇ ਵਿਆਹ ਹੋ ਜਾਏ। ਇਹੋ ਜਿਹੇ ਕੰਮਾਂ ਲਈ ਵਰਤ ਨਾ ਰੱਖੋ, ਇਹੋ ਜਿਹੇ ਘਟੀਆ ਕੰਮਾਂ ਲਈ ਵਰਤ ਨਾ ਰੱਖੋ। ਹਾਲੇਲੂਇਆ। ਬਾਈਬਲ 'ਚ ਲਿਖਿਆ ਹੈ, ਯਸ਼ਾਇਆ ਦੀ ਕਿਤਾਬ ਦੇ ਵਿੱਚ, ਤੁਮ ਉਪਵਾਸ
अपनी इच्छा को पूरा करने के लिए रखते हो। तुम उपवास अपनी इच्छा को पूरा करने के लिए रखते हो। मैं वर्त ਤਾਂ ਰੱਖਿਆ ਪਾਸਟਰ ਜੀ, ਮੈਂ ਆ ਬਣ ਜਾ, ਮੈਂ ਉਹ ਬਣ ਜਾ, ਅਸੀਂ ਆ ਜਿੱਤ ਜੀਏ, ਅਸੀਂ ਉਹ ਜਿੱਤ ਜੀਏ, ਮੈਂ ਟੌਪ ਕਰ ਜਾ। ਇਹੋ ਜਿਹੇ ਕੰਮਾਂ ਲਈ ਫਾਸਟਿੰਗ ਨਹੀਂ ਹੁੰਦੀ। ਹਾਲੇਲੂਇਆ। ਫਾਸਟਿੰਗ ਹੁੰਦੀ ਹੈ ਕਿ ਮੇਰੇ ਪਰਮੇਸ਼ਵਰ ਮੈਂ ਤੇਰੀਆਂ ਯੋਜਨਾਵਾਂ ਨੂੰ ਕੀ ਕਰ ਸਕਾਂ, ਪੂਰੀਆਂ ਕਰ ਸਕਾਂ। ਮੇਰੇ ਪਰਮੇਸ਼ਵਰ ਤੂੰ ਆਪਣੀਆਂ ਯੋਜਨਾ ਮੇਰੇ ਜੀਵਨ 'ਚ ਕੀ ਕਰ, ਪੂਰੀਆਂ ਕਰ। ਮੇਰੇ ਪਰਮੇਸ਼ਵਰ ਮੈਂ ਤੇਰੇ ਅਨੁਸਾਰ ਚੱਲ ਸਕਾਂ। ਬਾਈਬਲ 'ਚ ਲਿਖਿਆ ਜਦੋਂ ਤੁਸੀਂ ਵਰਤ ਅਤੇ ਪ੍ਰਾਰਥਨਾ ਕਰਦੇ ਹੋ ਤਾਂ ਤੁਹਾਡੇ ਜੂਲੇ ਜਿਹੜੇ ਪਾਪ ਤੁਹਾਡਾ ਖਹਿੜਾ ਨਹੀਂ ਛੱਡ ਰਹੇ। ਤੁਹਾਡੇ ਚੋਂ ਕਈ ਅਜੇ ਘਰ ਨੇ ਜਿਨ੍ਹਾਂ ਦੇ ਘਰਾਂ 'ਚ ਲੜਾਈ ਹੁੰਦੀ ਹੈ, ਸ਼ਨੀਵਾਰ ਲੜਾਈ ਹੁੰਦੀ ਹੈ, ਔਰ ਉਹ ਸ਼ੈਤਾਨੀ ਆ ਤੁਹਾਡੇ ਘਰ ਦੇ ਵਿੱਚ। ਉਹ ਤੁਹਾਡੀ ਘਰ ਦੀ ਨੂੰ, ਤੁਹਾਡੇ ਘਰ ਦੇ ਨੂੰ ਵਰਤਦਾ ਸ਼ੈਤਾਨ, ਔਰ ਉਹ ਇੱਕ ਤਰ੍ਹਾਂ ਦਾ ਕੀ ਹੈ, ਇੱਕ ਜੂਲਾ ਹੈ। ਉਹ ਤੁਹਾਡੇ ਉੱਤੇ ਕੀ ਹੈ, ਇੱਕ ਜੂਲਾ ਹੈ, ਸ਼ੈਤਾਨੀ ਜੂਲਾ, ਜਿਹਨੂੰ ਤੁਸੀਂ ਪਤਾ ਕਿਵੇਂ ਤੋੜ ਸਕਦੇ ਹੋ, ਕਿਵੇਂ ਭੰਨ ਸਕਦੇ ਹੋ ਉਸ ਜੂਲੇ ਨੂੰ, ਵਰਤ ਅਤੇ ਪ੍ਰਾਰਥਨਾ ਕਰਕੇ। ਸਾਰੇ ਬੋਲੋ ਹਾਲੇਲੂਇਆ। ਕਈ ਹੋਰ ਜੂਲੇ ਨੇ, ਕੰਮ ਨਾ ਚੱਲਣਾ, ਮਿਹਨਤ ਕਰਨੀ ਪਰ ਫਿਰ ਵੀ ਕੰਮ ਨਹੀਂ ਚੱਲ ਰਿਹਾ, ਉਹ ਸ਼ੈਤਾਨੀ ਜੂਲਾ। ਵਾਰ-ਵਾਰ ਪ੍ਰਾਰਥਨਾ ਕਰਦੇ ਹੋ ਫਿਰ ਵੀ ਨਸ਼ੇ ਦੀ ਲੱਤ ਤੁਹਾਡੇ ਤੋਂ ਨਹੀਂ ਛੁੱਟ ਰਹੀ। ਵਾਰ-ਵਾਰ ਪ੍ਰਾਰਥਨਾ ਕਰਦੇ ਹੋ ਤੁਹਾਡਾ ਐਕਸੀਡੈਂਟ ਹੋ ਰਿਹਾ। ਵਾਰ-ਵਾਰ ਪ੍ਰਾਰਥਨਾ ਕਰਦੇ ਹੋ ਫਿਰ ਵੀ ਤੁਸੀਂ ਬਿਮਾਰ ਪੈ ਰਹੇ ਹੋ। ਕਦੇ ਪ੍ਰਭੂ 'ਚ ਵੱਧ ਜਾਂਦੇ ਹੋ, ਕਦੇ ਘਟ ਜਾਂਦੇ ਹੋ। ਉਹ ਕੀ ਹੈ, ਸ਼ੈਤਾਨੀ ਜੂਲਾ। ਇੱਕ ਮੈਂ ਤੁਹਾਨੂੰ ਦੱਸਦਾ ਇੱਕ ਹੋਰ ਚੀਜ਼। ਸਾਰੇ ਬੋਲੋ ਹਾਲੇਲੂਇਆ। ਅਗਰ ਤੁਹਾਨੂੰ ਲੱਗਦਾ ਕਿ ਮੈਂ 3 ਦਿਨ ਪ੍ਰਾਰਥਨਾ ਕੀਤੀ ਔਰ 4 ਦਿਨ ਮੈਂ ਸਹੀ ਰਹਿਣਾ, ਉਸ ਤੋਂ ਬਾਅਦ ਮੈਂ ਫਿਰ ਗਲਤ ਹੋ ਜਾਣਾ, ਜਾਂ ਮੈਂ 2 ਫਾਸਟ ਰੱਖੇ, 2 ਫਾਸਟ ਰੱਖਣ ਤੋਂ ਬਾਅਦ ਫਿਰ ਮੇਰੇ ਜੀਵਨ 'ਚ ਪਾਪ ਆ ਜਾਂਦਾ ਹੈ, ਉਹ ਫਿਰ ਮੈਂ ਮੋਬਾਈਲ ਦੇਖਣੇ ਸ਼ੁਰੂ ਕਰ ਦਿੰਦਾ, ਫਿਰ ਮੈਂ ਗਲਤ ਹੋ ਜਾਂਦਾ, ਜਾਂ ਮੈਂ ਪ੍ਰੇਅਰ ਕਰਨੀ ਛੱਡ ਦਿੰਦਾ, ਤਾਂ ਇੱਕ ਚੀਜ਼ ਕਰਨੀ ਸ਼ੁਰੂ ਕਰੋ ਅੱਜ। ਸਾਰੇ ਬੋਲੋ ਹਾਲੇਲੂਇਆ। ਤੁਸੀਂ ਪਰਮੇਸ਼ਰ ਦੇ ਸਾਹਮਣੇ ਵਾਚਾ ਬੰਨੋ ਕਿ ਮੇਰੇ ਪਰਮੇਸ਼ਵਰ ਮੈਂ 2 ਵਜੇ ਤੱਕ 12 ਵਜੇ ਤੱਕ ਫਾਸਟਿੰਗ ਰੱਖਾਂਗਾ, ਲਗਾਤਾਰ 21 ਦਿਨ 40 ਦਿਨ 12 ਵਜੇ ਤੱਕ, ਜਾਂ ਕੋ ਮੈਂ 2 ਵਜੇ ਤੱਕ ਫਾਸਟਿੰਗ ਰੱਖਾਂਗਾ 40 ਦਿਨ 21 ਦਿਨ। ਉਹ ਜਦੋਂ 40 ਦਿਨ ਜਾਂ 21 ਦਿਨ ਤੁਸੀਂ ਵਰਤ ਰੱਖ ਕੇ ਪ੍ਰੇਅਰ ਕਰੋਗੇ, ਉਹ 21 ਦਿਨ ਜਾਂ ਉਸ 40 ਦਿਨ ਤੁਸੀਂ ਦੇਖੋਗੇ ਜਿਹੜਾ ਪਾਪ ਤੁਸੀਂ ਪਿਛਲੇ ਸਮੇਂ ਕਰਦੇ ਸੀ, ਉਹ 21 ਦਿਨ ਔਰ 40 ਦਿਨ ਤੁਸੀਂ ਨਹੀਂ ਕਰੋਗੇ। ਇਸ ਦਾ ਮਤਲਬ ਕੀ ਹੋਇਆ, ਜਿਹੜੇ ਪਾਪ ਬਿਨਾਂ ਤੁਸੀਂ ਰਹਿ ਨਹੀਂ ਸਕਦੇ ਸੀ, ਜਿਹੜੇ ਗਾਣੇ ਬਿਨਾਂ, ਜਿਹੜੀਆਂ ਫਿਲਮਾਂ ਬਿਨਾਂ, ਜਿਹੜੇ YouTube ਬਿਨਾਂ, ਜਿਹੜੇ WhatsApp ਬਿਨਾਂ ਤੁਸੀਂ ਰਹਿ ਨਹੀਂ ਸਕਦੇ ਸੀ, ਫਾਸਟਿੰਗ ਰੱਖਣ ਦੇ ਕਾਰਨ, ਪਰਮੇਸ਼ਰ ਦੀ ਹਜ਼ੂਰੀ 'ਚ ਰਹਿਣ ਦੇ ਕਾਰਨ, ਪ੍ਰਾਰਥਨਾ ਕਰਨ ਦੇ ਕਾਰਨ ਤੁਸੀਂ 21 ਦਿਨ ਜਾਂ 40 ਦਿਨ ਉਸ ਪਾਪ ਨੂੰ ਨਹੀਂ ਕੀਤਾ। ਉਸ ਤੋਂ ਬਾਅਦ ਕੀ ਹੋਵੇਗਾ, 40 ਦਿਨ ਫਾਸਟਿੰਗ ਰੱਖਣ ਤੋਂ ਬਾਅਦ ਜੋ ਤੁਸੀਂ ਉਹ 40 ਦਿਨ ਉਹ ਕੰਮ ਨਹੀਂ ਕੀਤਾ, ਤਾਂ ਕੁਝ ਦਿਨ ਰੈਸਟ ਕਰੋ, ਹਫਤਾ 10 ਦਿਨ ਰੈਸਟ ਕਰੋ, ਔਰ ਦੇਖੋ ਕਿ ਮੈਂ ਦੁਬਾਰਾ ਪਾਪ ਤਾਂ ਨਹੀਂ ਕਰ ਰਿਹਾ, ਕਿ ਮੈਂ ਇਹ ਫਿਲਮ ਦੁਬਾਰਾ ਤਾਂ ਨਹੀਂ ਦੇਖ ਰਿਹਾ, ਕਿ ਮੈਂ ਇਸ ਪਾਪ ਨੂੰ ਦੁਬਾਰਾ ਤਾਂ ਨਹੀਂ ਜਾ ਰਿਹਾ। ਜਦੋਂ ਤੁਹਾਨੂੰ ਲੱਗੇ ਕਿ ਨਹੀਂ ਮੈਂ ਵੀਕ ਹੋ ਰਿਹਾ, ਫਿਰ ਫਾਸਟਿੰਗ 'ਚ ਚਲੇ ਜਾਓ। ਸਾਰੇ ਬੋਲੋ ਹਾਲੇਲੂਇਆ। 14 ਦਿਨ, ਹਫਤਾ, 3 ਦਿਨ, ਇਸ ਤਰ੍ਹਾਂ ਤੁਹਾਡੇ ਜੀਵਨ 'ਚ ਰੂਟੀਨ ਹੋਣਾ ਚਾਹੀਦਾ ਕੀ ਰੱਖਣ ਦਾ, ਫਾਸਟ ਰੱਖਣ ਦਾ। ਔਰ ਇੱਕ ਦਿਨ ਕੀ ਹੋਵੇਗਾ, ਜਦੋਂ ਤੁਸੀਂ 6 ਮਹੀਨੇ ਉਸ ਪਾਪ ਤੇ ਜਿੱਤ ਪਾ ਲਈ, ਇੱਕ ਦਿਨ ਕੀ ਹੋ, ਜਦੋਂ ਤੁਸੀਂ ਸਾਲ ਉਸ ਪਾਪ ਨੂੰ ਨਹੀਂ ਕੀਤਾ, ਔਰ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਨਹੀਂ ਮੈਂ ਹੁਣ ਇਸ ਪਾਪ ਤੋਂ ਬਿਨਾਂ ਮੈਂ ਕੀ ਕਰ ਸਕਦਾ, ਰਹਿ ਸਕਦਾ, ਮੈਂ ਮੋਬਾਈਲ ਤੋਂ ਬਿਨਾਂ ਰਹਿ ਸਕਦਾ, ਮੈਂ ਗਾਣਿਆਂ ਤੋਂ ਬਿਨਾਂ ਰਹਿ ਸਕਦਾ, ਮੈਂ WhatsApp ਚਲਾਏ ਬਿਨਾਂ ਰਹਿ ਸਕਦਾ, ਮੈਂ Facebook ਤੋਂ ਬਿਨਾਂ ਰਹਿ ਸਕਦਾ, ਮੈਂ ਪਾਪ ਕੀਤੇ ਬਿਨਾਂ ਰਹਿ ਸਕਦਾ, ਮੈਂ ਨਸ਼ਾ ਕੀਤੇ ਬਿਨਾਂ ਰਹਿ ਸਕਦਾ। ਫਿਰ ਤੁਸੀਂ ਵੇਖੋਗੇ, ਤੁਸੀਂ ਅਗਲੇ ਸਾਲ ਜਦੋਂ ਤੁਸੀਂ ਵੇਖੋਗੇ, ਤੁਸੀਂ ਉਸ ਪਾਪ ਤੋਂ ਕੀ ਹੋ ਜਾਓਗੇ, ਬਿਲਕੁਲ ਕੀ ਹੋਏ ਪਏ ਹੋਗੇ, ਆਜ਼ਾਦ ਹੋਏ ਪਏ ਹੋਗੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਸਾਇੰਸ ਦੇ ਅਨੁਸਾਰ ਅਗਰ ਕੋਈ ਬੰਦਾ ਨਸ਼ਾ ਕਰਦਾ, ਅਗਰ 21 ਦਿਨ ਉਸ ਨੂੰ ਉਹ ਨਸ਼ਾ ਨਾ ਦਿੱਤਾ ਜਾਵੇ, ਤਾਂ 22ਵੇਂ ਦਿਨ ਉਹ ਉਸ ਨਸ਼ੇ ਤੋਂ ਕੀ ਹੋ ਜਾਂਦਾ, ਆਜ਼ਾਦ ਹੋ ਜਾਂਦਾ। ਇਸ ਲਈ ਸ਼ੈਤਾਨ ਸਾਡੇ ਅੰਦਰ ਜੂਲੇ ਬਣਾ ਦਿੰਦਾ, ਸ਼ੈਤਾਨ ਸਾਡੇ ਅੰਦਰ ਕੀ ਬਣਾ ਦਿੰਦਾ, ਜੂਲੇ ਬਣਾ ਦਿੰਦਾ, ਉਹ ਸਾਡੇ ਅੰਦਰ ਬੰਧਨ ਬਣਾ ਦਿੰਦਾ। ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਜਦੋਂ ਤੁਸੀਂ 21 ਦਿਨਾਂ ਦੀ ਫਾਸਟਿੰਗ, 7 ਦਿਨਾਂ ਦੀ ਫਾਸਟਿੰਗ, 14 ਦਿਨਾਂ ਦੀ ਫਾਸਟਿੰਗ ਔਰ 40 ਦਿਨਾਂ ਦੀ ਫਾਸਟਿੰਗ ਕਰੋਗੇ, ਜਿਹੜਾ ਸਮਾਂ ਉਹ ਹੋਵੇਗਾ ਤੁਹਾਡਾ ਪਵਿੱਤਰਤਾਈ 'ਚ ਚੱਲਣ ਦਾ, ਜਿਹੜੇ ਉਸ ਸਮੇਂ ਦੇ ਅੰਦਰ ਜਿਹੜੀ ਤੁਸੀਂ ਪ੍ਰੇਰਾਂ ਕੀਤੀ ਹੋਣਗੀਆਂ, ਸੱਚੀ ਤੁਸੀਂ ਕਹੋਗੇ ਕਿ ਵਾਕਈ ਬੜਾ ਮਜ਼ਾ ਆਵੇਗਾ। ਸਾਰੇ ਬੋਲੋ ਹਾਲੇਲੂਇਆ। ਤੁਸੀਂ ਖੁਦ ਨੂੰ ਕਹੋਗੇ ਕਿ ਬਹੁਤ ਮਜ਼ਾ ਆ ਰਿਹਾ ਮੈਨੂੰ ਕੀ 'ਚ ਚੱਲਣ 'ਚ, ਪ੍ਰਭੂ 'ਚ ਚੱਲਣ 'ਚ। ਹਰ ਦਿਨ ਤੁਹਾਡੇ ਦਿਮਾਗ 'ਚ ਹੋਗਾ ਨਹੀਂ ਅੱਜ ਮੈਂ ਫਾਸਟ ਰੱਖਿਆ, ਅੱਜ ਮੈਂ ਪ੍ਰੇਅਰ ਕਰਨੀ ਹੈ, ਮੈਂ ਵਚਨ ਪੜ੍ਹਨਾ, ਮੈਂ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਹੈ, ਮੈਂ ਚੌਕਸ ਰਹਿਣਾ। ਤੁਸੀਂ ਹਰ ਇੱਕ ਪਾਪ ਕਰਨ ਤੋਂ ਕੀ ਕਰੋਗੇ, ਡਰੋਗੇ, ਔਰ ਪਵਿੱਤਰ ਆਤਮਾ ਤੁਹਾਡੀ ਕੀ ਕਰੇਗਾ, ਸਹਾਇਤਾ ਕਰੇਗਾ। ਸਾਰੇ ਬੋਲੋ ਹਾਲੇਲੂਇਆ। ਔਰ ਇਹ ਕਰਨ ਦੇ ਨਾਲ ਤੁਹਾਡੀ ਮੂੰਹ ਦੀ ਗਲੋਤ ਆ ਜਾਵੇਗੀ। ਹਾਲੇਲੂਇਆ। ਆ ਜਿਹੜੇ ਸੋਹਣੇ ਸੋਹਣੇ ਮੂੰਹ ਨੇ ਉਹ ਤਾਂ ਹੋਰ ਹੀ ਹੋ ਜਾਣਗੇ। ਹਾਲੇਲੂਇਆ।
ਸਰੀਰ ਵੀ ਪਤਲਾ ਹੋ ਸਕਦਾ, ਹਾਲੇਲੂਇਆ, ਪਰ ਆਤਮਾ ਦੇ ਵਿੱਚ ਤੁਸੀਂ ਕੀ ਹੋਵੋਗੇ? ਬਹੁਤ ਸਟਰੋਂਗ ਹੋਵੋਗੇ, ਹਾਲੇਲੂਇਆ। ਆਤਮਾ ਦੇ ਵਿੱਚ ਕੀ ਹੋਵੋਗੇ? ਤੁਸੀਂ ਤਾਕਤਵਰ ਹੋਵੋਗੇ। ਫਿਰ ਪਾਪ ਤੁਹਾਡੇ ਤੇ ਜਿੱਤ ਪਾ ਨਹੀਂ ਸਕਦਾ, ਬਲਕਿ ਤੁਸੀਂ ਪਾਪ ਤੇ ਕੀ ਪਾ ਲਓਗੇ? ਜਿੱਤ ਪਾ ਲਓਗੇ, ਹਾਲੇਲੂਇਆ। ਮੈਂ ਇੱਕ ਦਿਨ ਸੋਚ ਰਿਹਾ ਸੀ, ਫੌਜੀ ਦੀ ਟ੍ਰੇਨਿੰਗ 9 ਮਹੀਨੇ ਦੀ ਟ੍ਰੇਨਿੰਗ ਹੁੰਦੀ ਹੈ। ਕਿੰਨੇ ਦੀ ਟ੍ਰੇਨਿੰਗ ਹੁੰਦੀ ਹੈ? ਤੇ ਬੱਚਾ ਪੇਟ ਵਿੱਚ ਕਿੰਨੇ ਮਹੀਨੇ ਬਣਦਾ? 9 ਮਹੀਨੇ। ਦੇਖੋ, ਉਹਨਾਂ ਨੂੰ 9 ਮਹੀਨੇ ਬੱਚਿਆਂ ਦੇ ਵਾਂਗੂ 9 ਮਹੀਨੇ ਟ੍ਰੇਨਿੰਗ ਦੇ ਕੇ, ਫਿਰ ਜਿਵੇਂ ਬੱਚਾ ਜਨਮ ਲੈਂਦਾ ਜਮਾ ਨਵਾਂ ਹੁੰਦਾ ਨਾ, ਉਵੇਂ ਫੌਜੀ 9 ਮਹੀਨਿਆਂ ਬਾਅਦ ਟ੍ਰੇਨਿੰਗ ਤੋਂ ਬਾਅਦ ਫਿਰ ਇੱਕ ਜਮਾ ਕੀ ਹੁੰਦੇ ਆ? ਨਵੇਂ ਤਿਆਰ ਹੁੰਦੇ ਆ। ਕਿਹਦੇ ਲਈ? ਆਪਣੇ ਦੇਸ਼ ਦੇ ਲਈ। ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ। ਉਹ 9 ਮਹੀਨਿਆਂ ਦੀ ਕੀ ਹੁੰਦੀ ਹੈ? ਟ੍ਰੇਨਿੰਗ ਹੁੰਦੀ ਹੈ। ਅਸੀਂ ਕੀ ਟ੍ਰੇਨਿੰਗ ਕਰ ਰਹੇ ਹਾਂ? ਅਸੀਂ ਮਸੀਹ ਚ ਹੋ ਕੇ ਅਸੀਂ ਕੀ ਟ੍ਰੇਨਿੰਗ ਦੇ ਰਹੇ ਹਾਂ ਆਪਣੇ ਆਪ ਨੂੰ? ਆਪਣੇ ਚਰਚ ਤਾਂ ਮਹਾਨ ਨੇ ਕਈ ਨੇ, ਕੋਈ ਸੀਰੀਅਸ ਹੀ ਨਹੀਂ ਹੋ ਆਪਣੀ ਲਾਈਫ ਲਈ, ਆਪਣੇ ਪਰਿਵਾਰ ਦੇ ਲਈ, ਆਪਣੇ ਕੰਮ ਦੇ ਲਈ, ਚਰਚ ਦੇ ਲਈ, ਕਿਸੇ ਚੀਜ਼ ਦੇ ਲਈ ਵੀ ਸੀਰੀਅਸ ਨਹੀਂ ਹੈਗੇ। ਔਰ ਜੋ ਸੀਰੀਅਸ ਨਹੀਂ ਹੈ, ਪਲੀਜ਼, ਅਗਰ ਤੁਹਾਡੇ ਅੰਦਰ ਇੱਕ ਗੰਦੀ ਬਦਰੂ ਆ ਤੁਹਾਡੇ ਅੰਦਰ ਕੰਮ ਕਰਨ ਵਾਲੀ, ਜੇ ਜੋ ਤੁਹਾਨੂੰ ਉਸ ਚੀਜ਼ ਦੇ ਅਨੁਸਾਰ ਸੀਰੀਅਸ ਹੋਣ ਨਹੀਂ ਦਿੰਦੀ, ਤੁਸੀਂ ਪੰਚੁਅਲ ਨਹੀਂ ਹੋ, ਅਗਰ ਡਿਸਿਪਲਿਨਡ ਨਹੀਂ ਹੋ ਚਰਚ ਦੇ ਸਮੇਂ ਤੇ, ਤੁਸੀਂ ਸੀਰੀਅਸ ਨਹੀਂ ਹੋ, ਇਧਰੋਂ ਸੁਣ ਲਿਆ ਇਧਰੋਂ ਕੱਢਤਾ। ਇਹ ਗੱਲ ਮੇਰੀ ਯਾਦ ਰੱਖੋ, ਤੁਸੀਂ ਇਧਰੋਂ ਸੁਣ ਰਹੇ ਹੋ ਇਧਰੋਂ ਕੱਢ ਰਹੇ ਹੋ, ਉਹਦਾ ਕੋਈ ਚੱਕਰ ਨਹੀਂ। ਤੁਸੀਂ ਅੱਜ ਸੁਣੋਗੇ, ਕੱਢ ਦੋਗੇ, ਪਰ ਉਹਦੇ ਚ ਅੱਗੇ ਆਉਣ ਵਾਲੇ ਸਮੇਂ ਚ ਘਾਟੇ ਤੁਸੀਂ ਖਾਓਗੇ। ਸਾਰੇ ਬੋਲੋ ਹਾਲੇਲੂਇਆ। ਇਸ ਲਈ ਇਹ ਆਦਤਾਂ ਨੂੰ ਆਪਣੇ ਜੀਵਨ ਚੋਂ ਕੀ ਕਰੋ? ਬਾਹਰ ਕੱਢੋ। ਔਰ ਜਿਸ ਤਰ੍ਹਾਂ ਤੁਹਾਨੂੰ ਗਾਈਡ ਕੀਤਾ ਜਾਂਦਾ ਚਰਚ ਦੇ ਵਿੱਚ, ਫਾਸਟਿੰਗ ਦੇ ਲਈ ਗਾਈਡ ਕੀਤਾ ਜਾਂਦਾ, ਪ੍ਰੇਅਰ ਦੇ ਲਈ ਗਾਈਡ ਕੀਤਾ ਜਾਂਦਾ, ਉਸ ਪ੍ਰੇਅਰ ਦੇ ਅਨੁਸਾਰ, ਉਸ ਫਾਸਟਿੰਗ ਦੇ ਅਨੁਸਾਰ ਚੱਲਣਾ ਸ਼ੁਰੂ ਕਰੋ। ਸਾਰੇ ਬੋਲੋ ਹਾਲੇਲੂਇਆ। ਆਓ ਅਸੀਂ ਸਭ ਆਪਣੀ ਅੱਖਾਂ ਨੂੰ ਬੰਦ ਕਰਾਂਗੇ, ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਾਂਗੇ। ਸਭ ਨੇ ਕੋਈ ਅੱਖਾਂ ਨੂੰ ਬੰਦ ਕਰਾਂਗੇ। ਹਾਲੇਲੂਇਆ। ਮੇਰੇ ਪਰਮੇਸ਼ਵਰ ਤੇਰਾ ਸ਼ੁਕਰ, ਤੇਰਾ ਧੰਨਵਾਦ ਮੇਰੇ ਪਰਮੇਸ਼ਵਰ। ਅੱਜ ਦੇ ਵਚਨ ਦੇ ਲਈ ਤੇਰਾ ਸ਼ੁਕਰ ਕਰਦੇ। ਉੱਚੀ ਬੋਲ ਕੇ ਸਭ ਅੱਜ ਦੇ ਵਚਨ ਦੇ ਲਈ ਪ੍ਰੇਅਰ ਕਰਾਂਗੇ। तारीफ 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 मेरे परमेश्वर तेरा शुक्र। सब आज के वचन के लिए प्रभु के प्रार्थना करेंगे। तारीफ 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 आज के वचन के लिए मेरे परमेश्वर तुहाडा शुक्र। आज के वचन के लिए तेरा धन्यवाद मेरे परमेश्वर। जिस तरह तेरा वचन दसदा मेरे परमेश्वर, जदों तक कोई इंसान तारीफ 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 सब ने एक उच्ची बोल के प्रभु का धन्यवाद करेंगे।